ਸਿੰਘ ਨਲੂਆ ਸਾਡਾ ਹੀਰੋ ਆ ਤੇ ਫਿਰ ਯਾਦ ਰੱਖਿਓ ਤੁਹਾਡੇ ਬੱਚੇ ਵੀ ਹਰੀ ਸਿੰਘ ਨਲੂਆ ਹੀ ਬਣਨਗੇ। ਜੇ ਅਸੀਂ ਕਹਿ ਦਿੱਤਾ ਕਿ ਸਾਡੇ 4 ਸਾਹਿਬਜ਼ਾਦੇ ਸਾਡੇ ਹੀਰੋ ਆ ਤੇ ਫਿਰ ਯਾਦ ਰੱਖਿਓ ਤੁਹਾਡੇ ਬੱਚੇ ਵੀ ਉਹਨਾਂ ਹੀ ਰਾਹਾਂ ਤੇ ਤੁਰਨਗੇ। ਸੋ ਜਿਨ੍ਹਾਂ ਨੂੰ ਤੁਸੀਂ ਹੀਰੋ ਬਣਾਉਂਦੇ ਹੋ ਇੱਕ ਵਾਰੀ ਸੋਚ ਲਿਆ ਕਰੋ ਕਿ ਇਹ ਤੁਹਾਡੇ ਹੀਰੋ ਬਣਨ ਦੇ ਲਾਇਕ ਹੈ। ਇੱਕ ਕਿਸਾਨੀ ਸੰਘਰਸ਼ 'ਚ ਇੱਕ ਨਵਰੀਤ ਦੀ ਸ਼ਹਾਦਤ ਨੇ ਸਾਰਾ ਸੰਘਰਸ਼ ਹਲਾਤਾ ਸੀ। ਬਾਕੀ ਜਿਹੜੇ ਉੱਥੇ ਬੈਠੇ ਮਰੀ ਜਾਂਦੇ ਆ ਉਹਨਾਂ ਨੂੰ ਸ਼ਹੀਦੀ ਦਾ ਦਰਜਾ ਦੇਈ ਜਾਂਦੇ ਆ। ਦੱਸੋ ਜਿਹੜਾ ਕੋਈ ਬਿਮਾਰੀ ਨਾਲ ਮਰ ਗਿਆ, ਜਿਹੜਾ ਕੋਈ ਉੱਥੇ ਬੈਠਾ ਕਿਸੇ ਨੂੰ ਦਿਲ ਦਾ ਦੌਰਾ ਪੈ ਗਿਆ, ਉਹ ਸ਼ਹੀਦ ਕਿਵੇਂ ਹੋ ਗਿਆ? ਸ਼ਹੀਦ ਦੀ ਪਰਿਭਾਸ਼ਾ ਤਾਂ ਸਾਨੂੰ ਪਤਾ ਨਾ। ਇੱਕ ਨਵਰੀਤ ਦੀ ਸ਼ਹਾਦਤ ਨੇ ਸਭ ਕੁਝ ਹਲਾਤਾ ਸੀ। ਤੇ ਜੇ 40 ਲੈ ਕੇ ਤੁਸੀਂ ਸ਼ਹਾਦਤ ਜਜ਼ਬਾ ਰੱਖਣ ਵਾਲੇ ਤੁਰ ਪਏ, ਉਹਨਾਂ ਨੇ ਤਾਂ ਕੀ ਕੁਝ ਹਲਾ ਦੇਣਾ। ਤੁਸੀਂ ਸੋਚੋ ਤਾਂ ਸਹੀ ਇਸ ਗੱਲ ਨੂੰ। ਦਿੱਲੀ ਦੇ ਵਿੱਚ ਇੱਕ ਬੰਦੇ ਦੀ ਡੈਥ ਹੁੰਦੀ ਆ, ਉਹ ਬੰਦਾ ਨਾਲੇ 'ਚ ਡਿੱਗ ਕੇ ਮਰਿਆ, ਉਹਦੀ ਜੇਬ ਦੇ ਵਿੱਚ ਟੀਕੇ ਸੀ ਤੇ ਕਹਿੰਦਾ ਉਹ ਸਾਡੇ ਸਾਹਮਣੇ ਉਹਨੇ ਦਾਰੂ ਵੀ ਪੀਤੀ ਸੀ ਤੇ ਤੁਸੀਂ ਉਹਨੂੰ ਸ਼ਹੀਦ ਕਹਿੰਦੇ ਆ। ਗੁਰਦੁਆਰੇ ਦੇ ਵਿੱਚ ਇੱਕ ਸਪੀਚ ਦਿੱਤੀ ਸੀ ਔਰ ਉਹਦੇ ਵਿੱਚ ਮੈਂ ਇਹ ਗੱਲ ਕੀਤੀ ਸੀ ਕਿ ਆਪਾਂ ਸ਼ਹੀਦ ਕਿਹਨੂੰ ਕਹਿੰਦੇ ਆ, ਇਹਦਾ ਥੋੜਾ ਜਿਹਾ ਆਪਾਂ ਧਿਆਨ ਰੱਖੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗੱਲ ਕਰਦੇ ਆ ਡਾਕਟਰ ਸੁਲੇਮਾਨ ਬਾਰੇ, ਜਿਹੜੀ ਉਹਨੇ ਵੀਡੀਓ ਪਾਈ ਹੈ। ਇੱਕ ਤਾਂ ਗੁਰਦੁਆਰਾ ਸਾਹਿਬ ਜਾ ਕੇ ਬੋਲਿਆ ਉਹ, ਤੇ ਦੂਸਰਾ ਉਹ ਅੱਜ ਉਹਨੇ ਇੱਕ ਲਾਈਵ ਕੀਤਾ ਆਪਣੀ ਗੱਲ ਦਾ, ਉਹਨੇ ਸਪਸ਼ਟੀਕਰਨ ਦਿੱਤਾ ਲਾ ਲਓ ਜਾਂ ਕੁਝ ਵੀ ਜਿਹੜੀ ਗੱਲ ਉਹਨੇ ਰੱਖੀ ਆ ਉਹਦਾ ਜਵਾਬ ਦਿੰਦੇ ਆ। ਵੀ ਪਹਿਲਾਂ ਤੇ ਤੂੰ ਜਿਹੜਾ ਵਾ ਤੂੰ ਇੱਕ ਗੱਲ ਹਜੇ ਤੱਕ ਸਾਡੇ ਬੰਦਿਆਂ ਨੂੰ ਵੀ ਸਮਝ ਨਹੀਂ ਆਈ ਵੀ ਤੂੰ ਹੈ ਕੌਣ। ਜਦੋਂ ਦਾ ਸਟੇਜ ਲੱਗੀ ਸੀ ਤੁਹਾਡੇ ਹੱਥ ਉੱਤੇ ਸਟੇਜਾਂ ਦਾ ਕਬਜ਼ਾ ਸੀ ਤਾਂ ਤੁਸੀਂ ਉਦੋਂ ਠੋਕ ਠੋਕ ਕੇ ਕਹਿੰਦੇ ਹੁੰਦੇ ਸੀ ਗੁਰਾਹਾਂ ਨਾਲ ਖੜ ਕੇ ਵੀ ਅਸੀਂ ਕਾਮਰੇਡ ਆ, ਸਾਨੂੰ ਕਾਮਰੇਡ ਹੋਣ ਤੇ ਮਾਣ ਆ, ਤੁਹਾਨੂੰ ਪਤਾ ਹੀ ਨਹੀਂ ਕਾਮਰੇਡ ਕੌਣ ਆ। ਤੇ ਅੱਜ ਕੱਲ ਤੁਸੀਂ ਅਚਾਨਕ ਸਿੱਖ ਬਣ ਗਏ। ਹੁਣ ਗੋਲਦਮਾਲੇ ਬਣ ਕੇ ਤਾਂ ਸਾਡੇ ਗੁਰਦੁਆਰੇ ਸਾਹਿਬਾਂ ਦੇ ਵਿੱਚ, ਗੁਰੂ ਘਰਾਂ ਦੇ ਵਿੱਚ ਜਾ ਕੇ ਤੁਸੀਂ ਸਾਡੇ ਹੀ ਬੰਦਿਆਂ ਦੇ ਖਿਲਾਫ ਬੋਲਦੇ ਹੋ। ਪਹਿਲੀ ਗੱਲ ਤਾਂ ਜਿਹੜੇ ਸਾਡੇ ਬੰਦੇ ਆ ਇਹਨਾਂ ਨੂੰ ਵੀ ਸਾਡੀ ਸੰਗਤ ਨੂੰ ਸਮਝਣਾ ਚਾਹੀਦਾ। ਇਹ ਦੋ ਮੂੰਹੇ ਸੱਪਾਂ ਬਾਰੇ ਚੰਗੀ ਤਰ੍ਹਾਂ ਜਾਣ ਲੈਣਾ ਚਾਹੀਦਾ, ਇਹਨਾਂ ਦਾ ਖੰਡਨ ਕਰਨਾ ਚਾਹੀਦਾ ਵੀ ਇਹ ਦੋ ਮੂੰਹੇ ਜਿਹੜੇ ਸੱਪ ਆ ਇਹਨਾਂ ਦੇ ਅਸਲੀ ਚਿਹਰੇ ਕੀ ਆ। ਇਹਨਾਂ ਬਾਰੇ ਸਾਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਆ, ਕਿਉਂਕਿ ਇਹ ਹੁਣ ਤਾਂ ਸਾਡੇ ਵਿੱਚ ਬੜੇ ਆ। ਜਿੱਦਾਂ 84 ਵੇਲੇ 84 ਤੋਂ ਬਾਅਦ ਇਹਨਾਂ ਨੇ ਸਰਕਾਰ ਦੇ ਨਾਲ ਰਲ ਕੇ ਹੀ ਸਾਡਾ ਕਿੰਨਾ ਨੁਕਸਾਨ ਕਰਾਇਆ, ਸਾਡੇ ਸਿੰਘ ਸ਼ਹੀਦ ਕਰਵਾਏ ਇਹਨਾਂ ਨੇ। ਅਸਲ ਦੇ ਵਿੱਚ ਇਹ ਬੜੇ ਚਲਾਕ ਤੇ ਚੁਸਤ ਬੰਦੇ ਆ। ਇਹ ਆਉਂਦੇ ਆ, ਬੋਲ ਕੇ ਗਾਂਹ ਜਾਂਦੇ, ਸਾਡੀਆਂ ਜਿਹੜੀਆਂ ਸੰਗਤਾਂ ਇਹਨਾਂ ਨੂੰ ਸੁਣਦੀਆਂ ਰਹਿੰਦੀਆਂ, ਕਿਉਂਕਿ ਸਾਡੀਆਂ ਆਪ ਦੀਆਂ ਹੀ ਬਹੁਤ ਕਮੀਆਂ। ਸਾਡੇ ਅੰਦਰ ਰੂਹਾਨੀਅਤ ਤੌਰ ਤੇ ਜਿਹੜਾ ਸੋਕਾ ਪੈ ਗਿਆ ਨਾ, ਉਹਦਾ ਇਹ ਫਾਇਦਾ ਚੱਕਦੇ ਆ। ਜੇ ਦੀਪ ਸਿੱਧੂ ਨੇ ਸ਼ਹੀਦਾਂ ਸਿੰਘਾਂ ਦੀ ਗੱਲ ਕੀਤੀ, ਸ਼ਹੀਦਾਂ ਸਿੰਘਾਂ ਦੇ ਪਹਿਰੇ ਦੀ ਗੱਲ ਕੀਤੀ, ਇਹਨਾਂ ਬੰਦਿਆਂ ਨੇ ਉਸ ਗੱਲ ਤੇ ਵੀ ਕਿੰਤੂ ਪਰੰਤੂ ਕੀਤੇ, ਕਿਉਂਕਿ ਸਾਡੇ ਬੰਦਿਆਂ ਦੇ ਵਿੱਚ ਕਿਤੇ ਨਾ ਕਿਤੇ ਰੂਹਾਨੀਅਤ ਤੌਰ ਤੇ ਜਿਹੜਾ ਸੋਕਾ ਪੈ ਗਿਆ, ਉਹਦਾ ਇਹ ਬੰਦੇ ਫਾਇਦਾ ਚੱਕਦੇ ਆ। ਤੇ ਬੜੇ ਤਾਂ ਆਪਾਂ ਨੂੰ ਇਹ ਲੱਗਦਾ ਵੀ ਇਹ ਆਇਆ ਉਦੋਂ ਸਟੇਜ ਤੇ ਬੋਲ ਕੇ ਗਾਂਹ ਗਿਆ, ਪਰ ਇਹਨਾਂ ਦੀਆਂ ਪੂਰੀਆਂ ਟੀਮਾਂ ਲੱਗੀਆਂ ਹੁੰਦੀਆਂ। ਜਿੱਦਾਂ ਇਹ ਬੋਲ ਗਿਆ ਉਹਦੇ ਪਿੱਛੇ ਇਹਨਾਂ ਦੀਆਂ ਪੂਰੀਆਂ ਟੀਮਾਂ ਲੱਗੀਆਂ ਵਾ ਵੀ ਇਹ ਚੀਜ਼ ਨੂੰ ਅਸੀਂ ਸੱਚ ਕਿੱਦਾਂ ਸਾਬਤ ਕਰਨਾ, ਜਾਂ ਸਿੱਖਾਂ ਨੂੰ ਅਸੀਂ ਇੱਧਰ ਇਹਨਾਂ ਚੀਜ਼ਾਂ ਚੋਂ ਕੱਢਣਾ ਕਿੱਦਾਂ। ਕਿਉਂਕਿ ਦੀਪ ਇਹੋ ਜਿਹਾ ਬੰਦਾ ਸੀ, ਦੀਪ ਬਾਈ ਸਾਡਾ, ਭਾਈ ਸੰਦੀਪ ਸਿੰਘ ਸਿੱਧੂ ਸਾਡਾ ਕੌਮੀ ਸ਼ਹੀਦ, ਉਹ ਇਹੋ ਜਿਹਾ ਸੀ ਉਹਨੇ ਸਾਰੀਆਂ ਇਹਨਾਂ ਦੀਆਂ ਗੱਲਾਂ ਦਾ ਖੰਡਨ ਕੀਤਾ। ਜਿਹੜੀਆਂ ਸਟੇਜਾਂ ਤੋਂ ਨਿਸ਼ਾਨ ਸਾਹਿਬ ਬਾਰੇ ਜਾਂ ਹੋਰ ਚੀਜ਼ਾਂ ਬਾਰੇ ਬੋਲਦੇ ਸੀ, ਉਹਨਾਂ ਦਾ ਬਾਈ ਨੇ ਡਟ ਕੇ ਵਿਰੋਧ ਕੀਤਾ ਤੇ ਉਹਨਾਂ ਚੀਜ਼ਾਂ ਦਾ ਖੰਡਨ ਕੀਤਾ ਤੇ ਇਹ ਦੱਸਿਆ ਵੀ ਜਿਹੜਾ ਇਹ ਮੋਰਚਾ ਆ, ਇਹ ਜਿਹੜਾ ਮੋਰਚਾ ਜਿੱਤ ਕੇ ਆਏ ਆ ਅਸੀਂ, ਇਹ ਅਕਾਲ ਪੁਰਖ ਮਹਾਰਾਜ ਦੀ ਅਗਵਾਈ ਦੇ ਵਿੱਚ ਜਿੱਤਿਆ, ਇਹ 10ਵੇਂ ਪਾਤਸ਼ਾਹ ਦੀ ਕਿਰਪਾ ਨਾਲ ਜਿੱਤਿਆ। ਉਹ ਚੀਜ਼ ਇਹਨਾਂ ਨੂੰ ਕਿਤੇ ਨਾ ਕਿਤੇ ਚੁੱਭਦੀ ਆ। ਹੁਣ ਇਹਨੇ ਵੇਖਿਆ ਵੀ ਜੇ ਤਾਂ ਮੈਂ ਕਾਮਰੇਡ ਬਣ ਕੇ ਵਰਕ ਮੇਰੇ ਤੋਂ ਨਹੀਂ ਹੋਇਆ ਤਾਂ ਮੈਂ ਹੁਣ ਸਿੱਖੀ ਸਰੂਪ ਦੇ ਵਿੱਚ ਆ ਕੇ ਇਹ ਜਿਹੜੀਆਂ ਗੱਲਾਂ ਇਹਨਾਂ ਦੇ ਉੱਤੇ ਸਵਾਲ ਜਵਾਬ ਪੈਦਾ ਕਰਾਂ, ਕਿਉਂਕਿ ਇਹ ਜਿਆਦਾ ਉੱਚ ਅਹੁਦਿਆਂ ਦੇ ਉੱਤੇ ਕਾਮਰੇਡ ਆ, ਜਾਂ ਇਹਨਾਂ ਨੇ ਸਰਕਾਰ ਨਾਲ ਰਲ ਕੇ ਇੱਕ ਜਿਹੜੇ ਬਾਕੀ ਦੇਸ਼ਾਂ, ਹੋਰ ਦੇਸ਼ਾਂ ਦੇ ਜਿਹੜੇ ਕਾਮਰੇਡ ਆ, ਉਹਨਾਂ ਤੇ ਇਹਨਾਂ ਦੇ ਵਿੱਚ ਕਾਫੀ ਫਰਕ ਆ। ਉਹ ਜਦੋਂ ਕੋਈ ਵੀ ਕੌਮ ਲੜਦੀ ਆ ਉਹ ਉਹਦਾ ਸਾਥ ਦਿੰਦੇ ਆ ਕਿਤੇ ਨਾ ਕਿਤੇ, ਇਹਨਾਂ ਨਾਲ ਉਹ ਫਿਰ ਵੀ ਠੀਕ ਆ। ਤੇ ਜਿਹੜੇ ਸਾਡੇ ਇੰਡੀਆ ਦੇ ਕਾਮਰੇਡ ਆ, ਜਿੱਦਾਂ ਦਾ ਇਹ ਡਾਕਟਰ ਆ, ਇਹ ਜਦੋਂ ਕੋਈ ਕੌਮ ਆਪਣੀ ਹੋਂਦ ਦੀ ਲੜਾਈ ਲੜਦੀ ਹੋਵੇ, ਚਾਹੇ 84 ਵੇਲੇ, ਉਸ ਟਾਈਮ ਵੀ ਇਹ ਸਰਕਾਰ ਦਾ ਟੂਲ ਬਣੇ ਆ ਤੇ ਸਾਡੇ ਖਿਲਾਫ ਹੀ ਭੁਗਤੇ ਆ ਤੇ ਸਾਡੇ ਬੰਦਿਆਂ ਨੂੰ ਹੀ ਇਹਨਾਂ ਨੇ ਮਰਵਾਇਆ, ਸ਼ਹੀਦ ਕਰਵਾਇਆ। ਉਹ ਤੁਸੀਂ ਦੇਖ ਸਕਦੇ ਬਲਦੇਵ ਸਿੰਘ ਵਰਗਿਆਂ ਦੀਆਂ ਜਾਂ ਹੋਰਾਂ ਦੀਆਂ ਇਤਿਹਾਸ ਪੜ੍ਹ ਲਓ, ਸਾਰਿਆਂ ਦਾ ਤੁਹਾਨੂੰ ਪਤਾ ਲੱਗ ਜਾਊਗਾ ਵੀ ਇਹਨਾਂ ਨੇ ਕੀ ਕੁਛ ਕੀਤਾ। ਹੁਣ ਇਹ ਨਵੇਂ ਤਰੀਕੇ ਨਾਲ ਕਿਸਾਨੀ ਅੰਦੋਲਨ ਦੇ ਵਿੱਚ ਵੜ ਕੇ ਇਹ ਨਵੇਂ ਤਰੀਕੇ ਨਾਲ ਇੱਕ ਫਿੱਟ ਕੀਤਾ ਜਾ ਰਿਹਾ ਬੰਦਾ, ਜਾਂ ਕਿਤੇ ਨਾ ਕਿਤੇ ਸਾਡੀਆਂ ਸਿੱਖ ਜਿਹੜੀਆਂ
ਭਾਵਨਾਵਾਂ ਉਹਨਾਂ ਨੂੰ ਠੇਸ ਪਹੁੰਚਾਉਂਦਾ ਬੰਦਾ ਇਹ। ਇਹਨੂੰ ਪਤਾ ਵੀ ਦੀਪ ਸਿੱਧੂ ਨੂੰ ਲੱਖਾਂ ਹੀ ਨੌਜਵਾਨ ਫੋਲੋ ਕਰਦੇ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ। ਜੇ ਉਹਦੇ ਉੱਤੇ ਡਾਇਰੈਕਟਲੀ ਇਨਡਾਇਰੈਕਟਲੀ ਉਹਦੇ ਉੱਤੇ ਸਵਾਲ ਪੈਦਾ ਕਰੂੰਗਾ, ਕਿਤੇ ਨਾ ਕਿਤੇ ਇਹਨਾਂ ਦੀ ਸੋਚ ਤੇ ਗਿਰਾਵਟ ਆਊਗੀ। ਜਾਂ ਪਰ ਇਹਨਾਂ ਨੂੰ ਇਹ ਭੁਲੇਖਾ ਵੀ ਇਹ ਕਦੇ ਨਹੀਂ ਹੋ ਸਕਦਾ। ਇਹਨੇ ਇੱਕ ਕਿਹਾ ਵੀ ਇਹਦੇ ਵਿੱਚ ਵੀਡੀਓ ਦੇ ਵਿੱਚ ਜਿਹੜੀ ਅੱਜ ਇਹਨੇ ਪਾਈ ਉਹਦੇ ਵਿੱਚ ਇਹਨੇ ਕਿਹਾ ਕਿ ਦੀਪ ਸਿੱਧੂ ਤਾਂ ਆਪ ਨਹੀਂ ਕਿਸਾਨੀ ਅੰਦੋਲਨ ਦੇ ਸੰਘਰਸ਼ 'ਚ ਜਿਹੜੇ ਬੰਦਿਆਂ ਨੇ ਜਾਨ ਗਵਾਈ ਉਹਨਾਂ ਨੂੰ ਸ਼ਹੀਦ ਨਹੀਂ ਮੰਨਦਾ ਸੀ, ਤੇ ਤੁਸੀਂ ਕਿਹੜੀਆਂ ਗੱਲਾਂ ਕਰਦੇ ਆ। ਮੈਂ ਇਹਨੂੰ ਇੱਕ ਗੱਲ ਦੱਸ ਦੇਣਾ ਚਾਹੁੰਦਾ, ਨਵਰੀਤ ਸਿੰਘ ਡੇਢਵਾ ਨੂੰ ਹਿੱਕ ਠੋਕ ਕੇ ਦੀਪ ਨੇ ਕਿਹਾ ਸੀ ਇਹ ਸਾਡਾ ਸ਼ਹੀਦ ਆ। ਲਖੀਮਪੁਰ ਖੀਰੀ ਵਾਲਿਆਂ ਨੂੰ ਹਿੱਕ ਠੋਕ ਕੇ ਬਾਈ ਨੇ ਕਿਹਾ ਸੀ ਕਿ ਇਹ ਸਾਡੇ ਸ਼ਹੀਦ ਆ। ਜਿਹੜੀ ਬਾਕੀ ਤੂੰ ਗੱਲ ਕਰਦਾ, ਜਿਹੜੀ ਤੂੰ ਕਹਿੰਦਾ ਕਿ ਬਾਈ ਨੇ ਸਪੀਚ ਦਿੱਤੀ ਸੀ ਨਿਹੰਗ ਸਿੰਘਾਂ ਦੇ ਵਿੱਚ, ਉਹ ਪਹਿਲਾਂ ਤੈਨੂੰ ਇੰਨਾ ਪਤਾ ਵੀ ਉਹ ਆਨੰਦਪੁਰ ਸਾਹਿਬ ਦੀ ਸਪੀਚ ਸੀ। ਆਨੰਦਪੁਰ ਸਾਹਿਬ ਦੀ, ਆਨੰਦਪੁਰ ਸਾਹਿਬ ਜਦੋਂ ਮਹਾਰਾਜ ਦੇ ਉੱਥੇ ਇਹ ਮੋਰਚਾ ਲੱਗਾ ਸੀਗਾ, ਉੱਥੇ ਜਾ ਕੇ ਜਦੋਂ ਬਾਈ ਬੋਲਿਆ ਨਾ, ਬੋਲਣ ਤੋਂ ਪਹਿਲਾਂ ਇੱਕ ਬੰਦਾ ਟੱਕਰਦਾ। ਉੱਥੇ ਗੱਲ ਇਹ ਹੁੰਦੀ ਆ ਵੀ ਉਹ ਕਹਿੰਦਾ ਵੀ ਜਿਹੜਾ ਇੱਕ ਬੰਦਾ, ਇਹ ਦਿੱਲੀ ਦੇ ਵਿੱਚ ਇੱਕ ਬੰਦੇ ਦੀ ਡੈਥ ਹੁੰਦੀ ਆ, ਉਹਨੇ ਬਾਈ ਨਾਲ ਇਹ ਗੱਲ ਕੀਤੀ ਵੀ ਦਿੱਲੀ ਦੇ ਵਿੱਚ ਇੱਕ ਬੰਦੇ ਦੀ ਡੈਥ ਹੁੰਦੀ ਆ, ਉਹ ਬੰਦਾ ਨਾਲੇ 'ਚ ਡਿੱਗ ਕੇ ਮਰਿਆ, ਉਹਦੀ ਜੇਬ ਦੇ ਵਿੱਚ ਟੀਕੇ ਸੀ, ਤੇ ਕਹਿੰਦਾ ਉਹ ਸਾਡੇ ਸਾਹਮਣੇ ਉਹਨੇ ਦਾਰੂ ਵੀ ਪੀਤੀ ਸੀ, ਤੇ ਤੁਸੀਂ ਉਹਨੂੰ ਸ਼ਹੀਦ ਕਹਿੰਦੇ ਆ। ਤੇ ਬਾਈ ਕਹਿੰਦਾ ਵੀ ਇਹਦਾ ਹੁਣ ਸਪਸ਼ਟੀਕਰਨ ਅਸੀਂ ਤੈਨੂੰ ਸਟੇਜ ਤੇ ਜਾ ਕੇ ਦੇਵਾਂਗੇ। ਤੇ ਉਹ ਬੰਦੇ ਨੇ ਨਾਂ ਵੀ ਗਣਾਏ ਸੀ ਵੀ ਉਹ ਬੰਦੇ ਨੂੰ ਚੱਕਿਆ ਜਿਹੜਾ ਉਹ ਮਨੁੱਖਤਾ ਦੀ ਸੇਵਾ ਵਾਲੇ ਮੈਂਟੂ ਬਾਈ ਹੁਣੀ, ਹੋਰ ਉਹਨੇ 4-5 ਨਾਂ ਗਣਾਏ ਸੀ, ਉਹਨਾਂ ਨੇ ਚੱਕਿਆ। ਕਹਿੰਦਾ ਉਹਨਾਂ ਨੂੰ ਪੁੱਛ ਲਿਓ ਵੀ ਉਹ ਬੰਦੇ ਦੀ ਜੇਬ ਚੋਂ ਟੀਕੇ ਨਿਕਲੇ ਜਾਂ ਹੋਰ ਵੀ ਸਾਡੇ ਮੁੰਡੇ ਵੀ ਉਦੋਂ ਸ਼ੰਭੂ ਮੋਰਚੇ ਵਾਲੇ ਜਿਹੜੇ ਦਿੱਲੀ ਸੀਗੇ ਉਹ ਗਏ ਸੀ, ਉਹਨਾਂ ਸਾਰਿਆਂ ਨੂੰ ਇਸ ਗੱਲ ਦਾ ਪਤਾ। ਉਸ ਗੱਲ ਤੇ ਬਾਈ ਨੇ ਜਾ ਕੇ ਇਹ ਬੋਲਿਆ ਸੀਗਾ, ਤੇ ਇਹ ਬੰਦਿਆਂ ਨੇ ਉਹਨਾਂ ਗੱਲਾਂ ਦਾ ਜਾ ਕੇ ਮੁੱਦਾ ਚੱਕ ਲਿਆ ਹਨਾ, ਵੀ ਦੀਪ ਨੇ ਤਾਂ ਐਂ ਕਹਿ ਦਿੱਤਾ, ਐਂ ਕਹਿ ਦਿੱਤਾ। ਮੈਂ ਤੈਨੂੰ ਇੱਕ ਗੱਲ ਡਾਕਟਰ ਗੱਲ ਕਹਿ ਦਿੰਦਾ ਵੀ ਦੀਪ ਸਿੱਧੂ ਸਾਡਾ ਕੌਮੀ ਸ਼ਹੀਦ ਆ। ਉਹਦਾ ਐਕਸੀਡੈਂਟ ਹੋਇਆ ਨਹੀਂ, ਉਹਦਾ ਐਕਸੀਡੈਂਟ ਕਰਵਾਇਆ ਗਿਆ ਆ। ਠੀਕ ਆ, ਇਹ ਗੱਲ ਤੂੰ ਆਪਣੇ ਦਿਮਾਗ ਦੇ ਵਿੱਚ ਇਹ ਪਾ ਲਈ, ਕਿਉਂਕਿ ਸਾਡੇ ਖਾੜਕੂ ਸਿੰਘਾਂ ਦੇ ਚਾਹੇ ਝੂਠੇ ਮੁਕਾਬਲੇ ਹੋਏ ਹੋਣ, ਚਾਹੇ ਹੁਣ ਤੱਕ ਸਾਡੇ ਜੋਗਾ ਸਿੰਘ ਖਾਲਿਸਤਾਨੀ ਜਾਂ ਹੋਰ ਸਾਡੇ ਬੰਦਿਆਂ ਨਾਲ ਜੋ ਕੁਝ ਹੋਇਆ ਉਹ ਸਿੱਖ ਕੌਮ ਨੂੰ ਪਤਾ ਆ, ਸਾਰਿਆਂ ਨੂੰ ਪਤਾ ਵੀ ਕੌਣ ਸ਼ਹੀਦ ਆ। ਉਹ ਦੀਪ ਨੇ ਨਹੀਂ ਕਿਹਾ ਕਿ ਮੈਨੂੰ ਸ਼ਹੀਦ ਐਲਾਨੋ, ਉਹ ਸਾਰੀ ਕੌਮ ਨੇ ਉਹਨੂੰ ਸ਼ਹੀਦ ਦਾ ਖਿਤਾਬ ਦਿੱਤਾ, ਕਿਉਂਕਿ ਕੌਮ ਅੰਨੀ ਨਹੀਂ, ਕੌਮ ਜਾਗਦੀ ਆ। ਕੌਮ ਨੂੰ ਪਤਾ ਵੀ ਜਿਹੜੇ ਬੰਦੇ ਲੋਕਾਂ ਨੂੰ ਜਗਾਉਂਦੇ ਆ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ, ਉਹਨਾਂ ਨੂੰ ਸੜਾਇਆ ਜਾਂਦਾ। ਇਸ ਕਰਕੇ ਕੌਮ ਨੇ ਉਹਨੂੰ ਸ਼ਹੀਦ ਦਾ ਜਿਹੜਾ ਖਿਤਾਬ ਦਿੱਤਾ। ਸਾਰੀ ਕੌਮ ਉਹਨੂੰ ਸ਼ਹੀਦ ਮੰਨਦੀ ਆ। ਸਾਡੇ ਲਈ ਉਹ ਸਾਡਾ ਕੌਮੀ ਯੋਧਾ, ਕੌਮੀ ਸ਼ਹੀਦ ਆ। ਉਹਦੇ ਲਈ ਤੇਰੇ ਵਰਗੇ ਜਿਹੜੇ ਸਰਕਾਰ ਦੇ ਟੂਲ ਆ, ਉਹਨਾਂ ਨੂੰ ਸਾਤੋਂ ਕੋਈ ਸਪਸ਼ਟੀਕਰਨ ਜਾਂ ਉਹਨਾਂ ਦੀ ਸਾਨੂੰ ਕੋਈ ਸਹਿਮਤੀ ਲੈਣੀ ਕੋਈ ਬੜੀ ਵੱਡੀ ਗੱਲ ਨਹੀਂ ਹੈਗੀ ਵੀ ਅਸੀਂ ਜੋ ਤੁਸੀਂ ਕਹੋਗੇ ਉਹੀ ਅਸੀਂ ਮੰਨਾਂਗੇ। ਬਾਕੀ ਤੂੰ ਇੱਕ ਗੱਲ ਉੱਥੇ ਕਹੀ ਵੀ ਸ਼ੇਰ ਤਾਂ ਮਾਰ, ਇਹ ਜਿਹੜੇ ਸ਼ੇਰ ਆ ਉਹ ਤਾਂ ਮਾਰਾ ਮਾਰ ਕੇ ਤੁਰ ਗਏ ਤੇ ਗਿੱਦੜ ਕਰਨ ਕਲੋਲਾਂ। ਤੇਰਾ ਸ਼ੇਰ ਦਾ ਸਾਨੂੰ ਪਤਾ, ਤੂੰ ਕਿੱਡਾ ਕੁ ਸ਼ੇਰ ਆ। ਜਿੱਦਣ 26 ਜਨਵਰੀ ਨੂੰ ਲਾਲ ਕਿਲੇ ਦੇ ਉੱਤੇ ਝੰਡਾ ਚੁੱਲਿਆ ਸੀ ਤਾਂ 27 ਨੂੰ ਤੂੰ ਤਿਰੰਗੇ ਬਣਦਾ ਫਿਰਦਾ ਸੀ। ਤੇਰਾ ਸਾਨੂੰ ਸ਼ੇਰ ਦਾ ਪਤਾ, ਤੂੰ ਕਿੱਡੇ ਉੱਥੇ ਲੋਕਾਂ ਦੀ ਜਾਨ ਬਚਾਈ ਆ। ਸਿਰਫ ਇੱਕ ਅਮਰੀਕਾ ਤੋਂ ਆ ਕੇ ਤੈਨੂੰ ਉੱਥੇ ਉਹਨਾਂ ਫਿੱਟ ਕੀਤਾ ਸਰਕਾਰ ਨੇ ਆਪਣੇ ਹਿਸਾਬ ਨਾਲ, ਤੇ ਸਿੱਖਾਂ ਦੇ ਵਿੱਚ ਭਰਮ ਫੈਲਾਉਣ ਨੂੰ ਇਸ ਗੱਲ ਦੇ ਵਿੱਚ ਦੁਹਰਾਏ ਨਹੀਂ। ਤੇਰੀ ਕਿੰਨਾ ਯਾਰੀ ਆ ਇਸ ਗੱਲ ਦਾ ਵੀ ਸਾਰਿਆਂ ਨੂੰ ਪਤਾ ਵੀ ਤੂੰ ਵੋਟਾਂ ਵਿੱਚ ਵੇਲੇ ਕਿਹਨਾਂ ਨਾਲ ਇਹ ਭੁਗਤਿਆ ਸੀ। ਅਸਲ ਵਿੱਚ ਜਿੱਦਾਂ ਤੁਹਾਡੇ ਵੋਟਾਂ ਵਾਲੇ ਡੱਬੇ ਖਾਲੀ ਨਿਕਲੇ ਨਾ ਤੇਰੇ ਬੰਦਿਆਂ ਦੇ, ਜਦੋਂ ਟਰੈਕਟਰ ਦੇ ਉੱਤੇ ਘੁੰਮਦਾ ਸੀ, ਉਵੇਂ ਤੁਹਾਡੇ ਦਿਮਾਗ ਵੀ ਖਾਲੀ ਆ। ਤੁਹਾਨੂੰ ਭੁਲੇਖਾ ਕਿ ਸਿੱਖ ਕੌਮ ਨੂੰ ਤੁਸੀਂ ਦੁਵਿਧਾ ਦੇ ਵਿੱਚ ਪਾ ਦੋਗੇ। ਇਹ ਸਿੱਖ ਕੌਮ ਹੁਣ ਤੁਹਾਡੀਆਂ ਗੱਲਾਂ ਦੇ ਵਿੱਚ ਆਉਣ ਵਾਲੀ ਨਹੀਂ। ਦੂਸਰੀ ਗੱਲ ਵੀ ਤੂੰ ਜਦੋਂ ਭਿੰਡਰਾਲੇ ਸੰਤਾਂ ਦੀ ਫੋਟੋ ਦਿੱਤੀ ਸੀ ਤੈਨੂੰ, ਉਦੋਂ ਤਾਂ ਤੈਨੂੰ ਉਹਨੇ ਕਰੰਟ ਮਾਰਿਆ ਸੀ ਫੋਟੋ ਨੇ, ਸੰਤਾਂ ਦੀ ਤਸਵੀਰ ਨੇ, ਤੇ ਉਦੋਂ ਤੂੰ ਹੱਥ ਐ ਪਿੱਛੇ ਕਰ ਲਏ ਸੀ ਫੋਟੋ ਫੜਨ ਲੱਗੇ। ਤਾਂ ਅੱਜ ਤੈਨੂੰ ਸਾਡੇ ਗੁਰਦੁਆਰਿਆਂ ਦੇ ਵਿੱਚ ਜਾ ਕੇ ਸ਼ਹੀਦ ਚੇਤੇ ਆ ਗਏ ਹਨਾ, ਵੀ ਤੂੰ ਕਿਹਨਾਂ ਵਾਲੇ ਬੋਲੂਗਾ ਜਾਂ ਕਿਹਨਾਂ ਦੀਆਂ ਫੋਟੋਆਂ ਲਾਉਣੀਆਂ ਜਾਂ ਨਹੀਂ ਲਾਉਣੀਆਂ ਉਹ ਤੂੰ ਸਾਨੂੰ ਦੱਸੇਗਾ। ਹੁਣ ਇੱਕ ਕਾਮਰੇਡ ਵਿਅਕਤੀ ਦਾ ਤੇਰਾ, ਜੇ ਤੂੰ ਦੀਪ ਦੀ ਗੱਲ ਕਰਦਾ ਨਾ, ਦੀਪ ਦਾ ਦਾਦਾ ਨਿਹਾਲ ਸਿੰਘ ਉਹ ਵੀ ਸ਼ਹੀਦ ਸੀ, ਤੇ ਚਾਚਾ ਜੀ ਹੁਣੀ ਵੀ ਜੇਲ੍ਹ ਕੱਟੀ ਉਹਦਿਆਂ ਨੇ, ਤੇ ਦੀਪ ਵੀ ਉਸੇ ਰਸਤੇ ਤੇ ਤੁਰਿਆ। ਅਸਲ ਦੇ ਵਿੱਚ ਜੇ ਤੇਰੇ ਪਰਿਵਾਰ ਦਾ ਪਤਾ ਕੀਤਾ ਜਾਵੇ ਜਾਂ ਤੇਰੇ ਪਰਿਵਾਰ ਬਾਰੇ ਅਸੀਂ ਪਤਾ ਕੀਤਾ, ਉਹ ਸਾਰੀ ਦੁਨੀਆ ਜਾਣਦੀ ਆ, ਸਾਰੇ ਜਾਣੇ ਸਰਚ ਕਰ ਸਕਦੇ ਆ। ਠੀਕ ਹੈ, ਅਸਲ 'ਚ ਤੂੰ ਖੇਡਿਆ ਰਾਜੇਵਾਲ ਵਰਗਿਆਂ ਦੀ ਗੋਦੀ ਦੇ ਵਿੱਚ, ਤੇ ਦੀਪ ਸਿੱਧੂ ਖੇਡਿਆ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਿਆਂ ਦੀ ਗੋਦੀ ਦੇ ਵਿੱਚ। ਬਹੁਤ ਫਰਕ ਆ ਤੇਰੇ ਤਾਂ ਦੀਪ ਸਿੱਧੂ ਦੇ ਵਿੱਚ। ਸਾਨੂੰ ਤੂੰ ਉਹ ਪ੍ਰਮਾਣ ਪੱਤਰ ਤੇਰਿਆਂ ਦੀ ਲੋੜ ਨਹੀਂ ਹੈਗੀ ਕਿ ਸਾਡੇ ਸ਼ਹੀਦ ਕੌਣ ਆ ਤੇ ਕੌਣ ਨਹੀਂ। ਜੇ ਅੱਜ ਉਹ ਯੋਧਾ ਹੁੰਦਾ ਤੈਨੂੰ ਇਦਾਂ ਦਾ ਜਵਾਬ ਦਿੰਦਾ, ਤੂੰ ਸਾਰੀ ਜ਼ਿੰਦਗੀ ਸਿਰ ਨਾ ਚੱਕਦਾ। ਠੀਕ ਹੈ, ਤੁਹਾਨੂੰ ਲੱਗਦਾ ਵੀ ਹੁਣ ਤੁਹਾਡੇ ਤੇ ਕਿਸੇ ਨੇ ਬੋਲਣਾ ਨਹੀਂ ਜਾਂ ਤੁਹਾਨੂੰ
ਛੁੱਟੀ ਮਿਲ ਗਈ ਆ, ਇਹ ਤੁਹਾਡੇ ਭੁਲੇਖੇ ਆ। ਤੂੰ ਉਹੀ ਬੰਦਾ ਨਾ ਜਿਹੜਾ ਭੋਗ ਤੇ ਆਇਆ ਸੀ ਤੇ ਕਿਸੇ ਨੇ ਮੂੰਹ ਨਹੀਂ ਲਾਇਆ ਸੀਗਾ ਤੇ ਚੁੱਪ ਕਰਕੇ ਨੀਵੀਂ ਪਾ ਕੇ ਤੁਰ ਪਿਆ ਸੀ। ਅੱਜ ਤੂੰ ਗੱਲਾਂ ਕਰਦਾ ਸਰਕਾਰ ਦੇ ਨਾਲ ਮਿਲ ਕੇ, ਸਾਡੇ ਬੰਦਿਆਂ ਦੇ ਵਿੱਚ ਕਿਤੇ ਨਾ ਕਿਤੇ ਤੁਸੀਂ ਭਰਮ ਪੈਦਾ ਕਰਨ ਵਿੱਚ ਲੱਗੇ ਹੋਏ ਆ। ਇਹ ਤੁਹਾਡੀਆਂ ਜਿਹੜੀਆਂ ਚਾਲਾਂ ਨਾ ਇਹ ਕਾਮਯਾਬ ਨਹੀਂ ਹੋਣੀਆਂ। ਜੇ ਤੁਸੀਂ ਸਾਨੂੰ ਸਾਡੇ ਬੰਦਿਆਂ ਕੀ ਤੁਸੀਂ ਸਾਡੇ ਸਾਰੇ ਧਰਮ ਬਾਰੇ ਬੋਲਦੇ ਆ, ਜਾਂ ਤੁਸੀਂ ਜੇ ਕੋਈ ਬਾਈ ਨੇ ਸ਼ਹੀਦ ਸਿੰਘਾਂ ਦੀ ਗੱਲ ਕੀਤੀ ਸੀ, ਮਹਾਰਾਜ ਦੀ ਗੱਲ ਕੀਤੀ ਸੀ, ਤੇ ਤੁਸੀਂ ਉਹਦੇ ਉੱਤੇ ਹੋਰ ਹੀ ਟੀਕਾ ਟਿੱਪਣੀਆਂ ਕਰਨ ਲੱਗ ਪਏ ਸੀ। ਸਾਨੂੰ ਤੁਹਾਡੀਆਂ ਕੱਲੀਆਂ ਗੱਲਾਂ ਯਾਦ ਆ, ਕਿਉਂਕਿ ਤੁਸੀਂ ਆਪਣੇ ਦਿਮਾਗ ਦੇ ਨਾਲ ਕਿਤੇ ਨਾ ਕਿਤੇ ਜੇ ਕੋਈ ਮਹਾਰਾਜ ਦੀ ਜਾਂ ਗੁਰੂਆਂ ਦੀ, ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਦਾ, ਤੁਸੀਂ ਉਹਨੂੰ ਕਹਿ ਦਿੰਦੇ ਜੀ ਅੰਧ ਵਿਸ਼ਵਾਸ। ਇਹ ਸਾਡੇ ਬੰਦੇ ਵੀ ਮੰਨ ਜਾਂਦੇ ਵੀ ਹਾਂ ਵੀ ਇਹ ਤਾਂ ਸਹੀ ਕਹਿੰਦੇ ਹੋਣਗੇ, ਪੜ੍ਹੇ ਲਿਖੇ ਆ, ਪਰ ਇਹਨਾਂ ਪੜ੍ਹਿਆਂ ਲਿਖਿਆਂ ਦੇ ਦਿਲਾਂ ਦੇ ਵਿੱਚ ਕਿੰਨੀ ਖੋਟ ਆ ਇਹ ਤੁਸੀਂ ਆਪ ਇਹਨਾਂ ਗੱਲਾਂ ਤੋਂ ਜਾਣ ਸਕਦੇ ਆ। ਜੋ ਇਹ ਸਟੇਜ ਦੇ ਉੱਤੇ ਬੋਲ ਕੇ ਆਇਆ ਕੱਲ, ਤੇ ਅੱਜ ਇਹਨੇ ਬੜੇ ਤਰੀਕੇ ਦੇ ਨਾਲ ਜੋ ਇਹ ਲਾਈਵ ਕੀਤਾ ਵੀ ਮੈਂ ਕਿਤੇ ਨਾ ਕਿਤੇ ਸਪਸ਼ਟੀਕਰਨ ਦੇਵਾਂ, ਪਰ ਇਹ ਤੇਰੇ ਜਿਹੜੀਆਂ ਗੱਲਾਂ ਇਹ ਹੁਣ ਹੋਰ ਨਹੀਂ ਚੱਲਣੀਆਂ, ਕਿਉਂਕਿ ਤੁਹਾਡਾ ਜਿਹੜਾ ਸੱਚ ਆ, ਤੁਹਾਡੀ ਜਿਹੜੀ ਬਿੱਲੀ ਆ ਉਹ ਥੈਲੇ ਤੋਂ ਬਾਹਰ ਆ ਚੁੱਕੀ ਆ। ਤੁਹਾਡੇ ਬਾਰੇ ਪਤਾ ਲੱਗ ਚੁੱਕਾ ਸਾਰੀ ਕੌਮ ਨੂੰ, ਸਾਰੀ ਸਿੱਖ ਸੰਗਤ ਨੂੰ, ਜਾਂ ਸਾਰੀ ਦੁਨੀਆ ਨੂੰ ਵੀ ਤੁਸੀਂ ਹੈ ਕੌਣ ਆ। ਤੁਹਾਡਾ ਅਸਲੀ ਜਿਹੜਾ ਕੰਮ ਆ ਉਹ ਟੋਟ ਪਾਉਣਾ ਉਹ ਕਰੋ ਤੁਸੀਂ। ਤੇ ਜਿਹੜੇ ਤੇਰੇ ਆਕਾ ਤੈਨੂੰ ਚਲਾਉਂਦੇ ਆ ਨਾ, ਤੇ ਉਹਨਾਂ ਨੇ ਵੀ ਤੇਰੇ ਬਾਰੇ ਗਲਤੀ ਸੋਚਿਆ ਆ ਵੀ ਤੂੰ ਪਤਾ ਨਹੀਂ ਕੀ ਕਰ ਦੂੰਗਾ, ਪਰ ਇਹ ਜਿਹੜੀ ਕੌਮ ਆ ਨਾ ਇਹ ਹੁਣ ਹਾਰਨ ਵਾਲੀ ਨਹੀਂ, ਜਾਂ ਇਹ ਹੁਣ ਤੇਰੇ ਵਰਗਿਆਂ ਜਿਹੜੇ ਲੁੱਚੇ ਬੰਦੇ ਆ ਉਹਨਾਂ ਦੇ ਵਿੱਚ ਆਉਣ ਵਾਲੀ ਨਹੀਂ, ਠੀਕ ਆ। ਦੂਸਰੀ ਇਹ ਗੱਲ ਆ ਵੀ ਤੁਸੀਂ ਇਹ ਸਾਬਤ ਕਰਨ ਤੇ ਲੱਗੇ ਹੋਏ ਆ, ਤੁਹਾਡੇ ਚੈਨਲ ਲੋਕਾਂ ਦਾ ਸਹਾਰਾ ਲੈ ਲੈ ਕੇ ਆਪਣੇ ਚੈਨਲਾਂ ਤੇ ਬੁਲਾਉਂਦੇ ਆ ਵੀ ਦੀਪ ਸਿੱਧੂ ਦਾ ਐ ਹੋਇਆ, ਦੀਪ ਸਿੱਧੂ ਨਾਲ ਐ ਹੋਇਆ। ਤੈਨੂੰ ਫਿਰ ਇੱਕ ਵਾਰੀ ਕਲੀਅਰ ਕਰ ਦਿੰਦਾ ਕਿ ਦੀਪ ਸਿੱਧੂ ਸਾਡੀ ਕੌਮ ਦਾ ਕੌਮੀ ਸ਼ਹੀਦ ਆ। ਉਹਨੂੰ ਸਰਕਾਰਾਂ ਨੇ ਤੇ ਤੇਰੇ ਵਰਗੇ ਟੋਟਾਂ ਦੇ ਨਾਲ ਰਲ ਕੇ ਸ਼ਹੀਦ ਕਰਵਾਇਆ। ਉਹਦਾ ਮਾਣ ਰਹਿੰਦੀ ਦੁਨੀਆ ਤੱਕ ਰਹੂਗਾ। ਜੋ ਤੁਸੀਂ ਬੋਲਣਾ ਬੋਲੀ ਜਾਓ, ਕਿਸੇ ਨੂੰ 1 ਰੁਪਈਏ ਦਾ ਕੋਈ ਫਰਕ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਪ ਸਿੱਧੂ ਦੇ ਉੱਪਰ ਕਾਫੀ ਕਮੈਂਟਸ ਆ ਰਹੇ ਆ, ਔਰ ਮੈਂ ਗੁਰੂ ਸਾਹਿਬ ਆਪਣੀ ਗੁਰਦੁਆਰੇ ਦੇ ਵਿੱਚ ਇੱਕ ਸਪੀਚ ਦਿੱਤੀ ਸੀ, ਔਰ ਉਹਦੇ ਵਿੱਚ ਮੈਂ ਇਹ ਗੱਲ ਕੀਤੀ ਸੀ ਕਿ ਆਪਾਂ ਸ਼ਹੀਦ ਕਿਹਨੂੰ ਕਹਿੰਦੇ ਆ, ਇਹਦਾ ਥੋੜਾ ਜਿਹਾ ਆਪਾਂ ਧਿਆਨ ਰੱਖੀਏ। ਮੈਂ ਸਾਹਿਬਜ਼ਾਦਿਆਂ ਦੀ ਗੱਲ ਕੀਤੀ ਸੀ, ਹਰੀ ਸਿੰਘ ਨਲੂਏ ਦੀ ਗੱਲ ਕੀਤੀ ਸੀ, ਔਰ ਲੋਕਾਂ ਨੇ ਇਹ ਚੀਜ਼ ਨੂੰ ਦੀਪ ਸਿੱਧੂ ਦੇ ਨਾਲ ਅਟੈਚ ਕਰ ਲਿਆ, ਔਰ ਉਹਨਾਂ ਨੇ ਕਿਹਾ ਕਿ ਮੈਂ ਦੀਪ ਸਿੱਧੂ ਬਾਰੇ ਕਹਿ ਰਿਹਾ ਕਿ ਦੀਪ ਸਿੱਧੂ ਨੂੰ ਕਿਉਂ ਸ਼ਹੀਦ ਕਿਹਾ ਗਿਆ। ਔਰ ਮੈਂ ਤੁਹਾਨੂੰ ਇੱਕ ਗੱਲ ਯਾਦ ਕਰਾ ਦਾਂ, ਤੁਸੀਂ ਭੁੱਲੇ ਨਾ ਹੋਇਓ, ਕਿਉਂਕਿ ਮੈਨੂੰ ਵੀ ਉਦੋਂ ਬਹੁਤ ਦਰਦ ਹੋਇਆ ਸੀ, ਕਿਉਂਕਿ ਕਿਸਾਨੀ ਅੰਦੋਲਨ 'ਚ ਮੇਰੇ ਹੱਥਾਂ 'ਚ ਬਜ਼ੁਰਗਾਂ ਦੀਆਂ ਜਾਨਾਂ ਗਈਆਂ ਸੀ ਮੇਰੇ ਹੱਥਾਂ ਦੇ ਵਿੱਚ। ਅੱਧੀ ਰਾਤ ਨੂੰ ਲੋਕਾਂ ਦੇ ਟਾਂਕੇ ਲਾਉਂਦੇ ਸੀ ਸਾਡੀ ਟੀਮ, ਅੱਧੀ ਰਾਤ ਨੂੰ। ਤੇ ਦੀਪ ਸਿੱਧੂ ਨੇ ਕਿਹਾ ਸੀ ਕਿ ਉਹ ਲੋਕਾਂ ਨੂੰ ਸ਼ਹੀਦ ਨਹੀਂ ਕਹਿੰਦਾ। ਯਾਦ ਭੁੱਲ ਗਿਆ ਕਿ ਯਾਦ ਆ? ਔਰ ਬੜੀ ਵਧੀਆ ਐਕਸਪਲੇਨੇਸ਼ਨ ਵੀ ਦਿੱਤੀ ਸੀ ਉਹਨਾਂ ਨੇ ਕਿਹਾ ਸੀ ਕਿ ਮੈਂ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੇ ਲੋਕ ਸ਼ਹੀਦ ਹੋਏ ਉਹਨਾਂ ਦੀ ਰਿਸਪੈਕਟ ਕਰਦਾ, ਪਰ ਸ਼ਹੀਦ ਦਾ ਦਰਜਾ ਮੈਂ ਗੁਰੂ ਸਾਹਿਬ ਨੂੰ ਦੇ ਸਕਦਾ। ਗੁਰੂ ਅਰਜਨ ਪਾਤਸ਼ਾਹ ਦੀ ਗੱਲ ਕੀਤੀ ਸੀ, ਗੁਰੂ ਹਰਗੋਬਿੰਦ ਪਾਤਸ਼ਾਹ ਦੀ ਗੱਲ ਕੀਤੀ ਸੀ, ਕਰਤਾਰ ਸਿੰਘ ਸਰਾਭੇ ਦੀ ਤੇ ਭਗਤ ਸਿੰਘ ਦੀ ਗੱਲ ਕੀਤੀ ਸੀ ਕਿ ਕਿਸਾਨਾਂ ਨੂੰ ਜਿਹੜੇ ਸਾਡੇ ਹੱਥਾਂ 'ਚ ਮਰੇ ਸੀ, ਸਾਡੀ ਕੌਮ ਦੇ ਲਈ ਮਰੇ ਸੀ, ਸਾਡੀ ਕਿਸਾਨੀ ਲਈ ਮਰੇ ਸੀ, ਪੰਜਾਬ ਦੇ ਲਈ ਮਰੇ ਸੀ, ਅਣਖ ਲਈ ਮਰੇ ਸੀ, ਉਹ ਸ਼ਹੀਦ ਨਹੀਂ ਆ। ਇਹ ਦੀਪ ਸਿੱਧੂ ਦੀ ਸੋਚ ਸੀ, ਔਰ ਦੀਪ ਸਿੱਧੂ ਨੇ ਕਿਹਾ ਸੀ, ਔਰ ਬਹੁਤ ਲੋਕ ਸ਼ਾਇਦ ਇਸ ਸੋਚ ਵੀ ਰੱਖਦੇ ਹੋਣ ਕਿ ਗੁਰੂ ਸਾਹਿਬ ਦਾ ਜਿਹੜਾ ਦਰਜਾ ਵਾ ਜਾਂ ਸ਼ਹੀਦਾਂ ਦਾ ਦਰਜਾ ਵਾ ਉਹ ਬਹੁਤ ਧਿਆਨ ਨਾਲ ਦੇਣਾ ਚਾਹੀਦਾ। ਤੇ ਮੇਰੀ ਗੱਲ ਵਿੱਚ ਤੇ ਦੀਪ ਸਿੱਧੂ ਦੀ ਗੱਲ ਦੇ ਵਿੱਚ ਕੀ ਫਰਕ ਹੈ? ਅੱਜ ਸਿੰਘ ਨਲੂਆ ਸਾਡਾ ਹੀਰੋ ਆ, ਤੇ ਫਿਰ ਯਾਦ ਰੱਖਿਓ ਤੁਹਾਡੇ ਬੱਚੇ ਵੀ ਹਰੀ ਸਿੰਘ ਨਲੂਆ ਹੀ ਬਣਨਗੇ। ਜੇ ਅਸੀਂ ਕਹਿ ਦਿੱਤਾ ਕਿ ਸਾਡੇ 4 ਸਾਹਿਬਜ਼ਾਦੇ ਸਾਡੇ ਹੀਰੋ ਆ, ਤੇ ਫਿਰ ਯਾਦ ਰੱਖਿਓ ਤੁਹਾਡੇ ਬੱਚੇ ਵੀ ਉਹਨਾਂ ਹੀ ਰਾਹਾਂ ਤੇ ਤੁਰਨਗੇ। ਸੋ ਜਿਨ੍ਹਾਂ ਨੂੰ ਤੁਸੀਂ ਹੀਰੋ ਬਣਾਉਂਦੇ ਹੋ, ਇੱਕ ਵਾਰੀ ਸੋਚ ਲਿਆ ਕਰੋ ਕਿ ਇਹ ਤੁਹਾਡੇ ਹੀਰੋ ਬਣਨ ਦੇ ਲਾਇਕ ਹੈ। ਜਿਨ੍ਹਾਂ ਨੂੰ ਤੁਸੀਂ ਸ਼ਹੀਦਾਂ ਦਾ ਦਰਜਾ ਦਿੰਦੇ ਹੋ, ਯਾਦ ਰੱਖਿਓ ਕਿ ਤੁਸੀਂ ਉਹਨਾਂ ਦੀਆਂ ਤਸਵੀਰਾਂ, ਹਰੀ ਸਿੰਘ ਨਲੂਆ, ਬੰਦਾ ਸਿੰਘ ਬਹਾਦਰ, ਯਾਦ ਕਰੋ ਬੰਦਾ ਸਿੰਘ ਬਹਾਦਰ 4 ਸਾਲ ਦੇ ਬੱਚੇ ਸੀ ਉਹਨਾਂ ਦੇ, ਅਜੈ ਸਿੰਘ ਉਹਦਾ ਨਾਮ ਸੀ, ਕਲੇਜਾ ਕੱਢ ਕੇ ਉਹਨਾਂ ਦੇ ਮੂੰਹ 'ਚ ਪਾ ਦਿੱਤਾ।
ਤੇ ਸਿੱਖੀ ਨਹੀਂ ਛੱਡਣੀ। ਕਿ ਤੁਹਾਡੇ ਜਿਹੜੇ ਹੀਰੋ ਆ ਉਹਨਾਂ ਦੀਆਂ ਫੋਟੋਆਂ ਉਹਨਾਂ ਦੇ ਨਾਲ ਲੱਗ ਸਕਦੀਆਂ ਕਿ ਨਹੀਂ? ਤੇ ਜੇ ਤੁਸੀਂ ਜਾਣ ਕੇ ਫੋਟੋਆਂ ਲਾ ਰਹੇ ਹੋ, ਇਹਦਾ ਮਤਲਬ ਤੁਹਾਡੇ 'ਚ ਕੋਈ ਕਮੀ ਹੈ, ਤੁਸੀਂ ਕੁਝ ਕੱਢਣਾ ਚਾਹੁੰਦੇ ਹੋ। ਉਹਨਾਂ ਲੋਕਾਂ ਨੂੰ ਪਹਿਚਾਨੋ